ਆਪਾਂ ਨਾ ਲਾਸਟ ਲੈਕਚਰ ਵਿੱਚ ਸਟੱਡੀ ਕੀਤਾ ਸੀਗਾ ਐਡੀਆਬੈਟਿਕ ਪ੍ਰੋਸੈਸ। ਫਿਰ ਉਹਦੇ ਵਾਸਤੇ ਆਪਾਂ ਫਾਈਂਡ ਆਊਟ ਕੀਤਾ ਸੀ ਵਰਕ ਡਨ, ਹੀਟ ਟ੍ਰਾਂਸਫਰ, ਚੇਂਜ ਇਨ ਇੰਟਰਨਲ એનર્ਜੀ, ਚੇਂਜ ਇਨ ਐਂਥੈਲਪੀ ਤੇ ਚੇਂਜ ਇਨ ਐਂਟਰੋਪੀ। ਠੀਕ ਹੈ। ਤੇ ਫਿਰ ਤੁਹਾਨੂੰ ਦੱਸਿਆ ਸੀਗਾ ਕਿ ਐਡੀਆਬੈਟਿਕ ਪ੍ਰੋਸੈਸ ਆਪਾਂ ਕਿਹਨੂੰ ਕਹਿੰਦੇ ਆ। ਇੱਕ ਤਾਂ ਐਡੀਆਬੈਟਿਕ ਪ੍ਰੋਸੈਸ ਦੇ ਵਿੱਚ ਹੀਟ ਟ੍ਰਾਂਸਫਰ ਜ਼ੀਰੋ ਹੁੰਦੀ ਆ, ਵਰਕ ਡਨ ਹੁੰਦਾ ਆ, ਤੇ ਇਸ ਤੋਂ ਇਲਾਵਾ ਜਿਹੜੀ ਐਡੀਆਬੈਟਿਕ ਪ੍ਰੋਸੈਸ ਹੁੰਦੀ ਆ ਉਹ ਇਸ ਰਿਲੇਸ਼ਨ ਨੂੰ ਫੋਲੋ ਕਰਦੀ ਆ, P v ਦੀ ਪਾਵਰ ਗਾਮਾ ਇਜ਼ ਇਕੁਅਲ ਟੂ ਕਾਂਸਟੈਂਟ। ਠੀਕ ਹੈ, ਐਡੀਆਬੈਟਿਕ ਪ੍ਰੋਸੈਸ ਇਸ ਰਿਲੇਸ਼ਨ ਨੂੰ ਫੋਲੋ ਕਰਦੀ ਹੈ। ਅੱਜ ਦੇ ਲੈਕਚਰ ਵਿੱਚ ਆਪਾਂ ਸਟੱਡੀ ਕਰਨਾ ਆ ਪੋਲੀਟ੍ਰੋਪਿਕ ਪ੍ਰੋਸੈਸ। ਹੁਣ ਪੋਲੀਟ੍ਰੋਪਿਕ ਪ੍ਰੋਸੈਸ ਕਿਹੜੀ ਹੁੰਦੀ ਆ। ਹੁਣ ਪਹਿਲਾਂ ਆਪਾਂ ਦੇਖਿਆ ਸੀ ਐਡੀਆਬੈਟਿਕ P v ਦੀ ਪਾਵਰ ਗਾਮਾ ਇਜ਼ ਇਕੁਅਲ ਟੂ ਕਾਂਸਟੈਂਟ। ਇਸ ਰਿਲੇਸ਼ਨ ਨੂੰ ਜਿਹੜੀ ਪ੍ਰੋਸੈਸ ਫੋਲੋ ਕਰਦੀ ਆ ਉਹ ਹੈਗੀ ਆ ਐਡੀਆਬੈਟਿਕ ਪ੍ਰੋਸੈਸ। ਤੇ P v ਦੀ ਪਾਵਰ, ਹੁਣ ਆਪਾਂ ਗਾਮਾ ਨੇ ਇੱਥੇ n ਲਿਖ ਦੇਣਾ ਹੈ। ਠੀਕ ਹੈ, ਜਿਹੜੀ ਪ੍ਰੋਸੈਸ ਇਸ ਰਿਲੇਸ਼ਨ ਨੂੰ ਫੋਲੋ ਕਰਦੀ ਆ P v ਦੀ ਪਾਵਰ n ਇਜ਼ ਇਕੁਅਲ ਟੂ ਕਾਂਸਟੈਂਟ, ਉਹਨੂੰ ਆਪਾਂ ਕਹਿੰਦੇ ਆ ਪੋਲੀਟ੍ਰੋਪਿਕ ਪ੍ਰੋਸੈਸ। ਠੀਕ ਆ, ਇੱਕ ਵਾਰ ਫਿਰ ਤੋਂ ਦੱਸ ਦੇਣਾ ਆ, ਜਿਹੜੀ ਪ੍ਰੋਸੈਸ P v ਦੀ ਪਾਵਰ n ਇਜ਼ ਇਕੁਅਲ ਟੂ ਕਾਂਸਟੈਂਟ ਇਸ ਰਿਲੇਸ਼ਨ ਨੂੰ ਫੋਲੋ ਕਰਦੀ ਆ ਉਹਨੂੰ ਆਪਾਂ ਕਹਿੰਦੇ ਆ ਪੋਲੀਟ੍ਰੋਪਿਕ ਪ੍ਰੋਸੈਸ। ਠੀਕ ਹੈ, ਹੁਣ ਇਹਦੇ ਵਿੱਚ ਜਿਹੜਾ n ਹੈਗਾ ਆ ਇਹਨੂੰ ਆਪਾਂ ਕਹਿੰਦੇ ਆ ਪੋਲੀਟ੍ਰੋਪਿਕ ਇੰਡੈਕਸ, ਜਾਂ इंडेक्स ऑफ कंप्रेशन या एक्सपेंशन। ठीक है, एन की है पॉलीट्रोपिक इंडेक्स या इंडेक्स ऑफ कंप्रेशन और एक्सपेंशन। ਹੁਣ ਜਿਹੜੀ n ਦੀ ਵੈਲਿਊ ਹੈ, ਇਸ ਤੋਂ ਬਾਅਦ n ਦੀ ਜਿਹੜੀ ਵੈਲਿਊ ਹੈ ਉਹ 1 ਤੋਂ ਲੈ ਕੇ ਇਨਫਿਨਿਟੀ ਤੱਕ ਵੇਰੀ ਕਰਦੀ ਹੈ। ਠੀਕ ਹੈ, ਹੁਣ ਆਪਣੇ ਕੋਲ ਤਿੰਨ ਚੀਜ਼ਾਂ ਹੋ ਗਈਆਂ। ਪੋਲੀਟ੍ਰੋਪਿਕ ਪ੍ਰੋਸੈਸ ਕਿਹੜੀ ਹੁੰਦੀ ਆ, ਜਿਹੜੀ ਪ੍ਰੋਸੈਸ P v ਦੀ ਪਾਵਰ n ਇਜ਼ ਇਕੁਅਲ ਟੂ ਕਾਂਸਟੈਂਟ ਇਸ ਰਿਲੇਸ਼ਨ ਨੂੰ ਫੋਲੋ ਕਰਦੀ ਹੈ ਉਹਨੂੰ ਆਪਾਂ ਕਹਿੰਦੇ ਆ ਪੋਲੀਟ੍ਰੋਪਿਕ ਪ੍ਰੋਸੈਸ। ਇਹਦੇ ਵਿੱਚ P ਜੋ ਹੈ ਉਹ ਪ੍ਰੈਸ਼ਰ ਹੈ, V ਵੋਲਿਊਮ ਹੈ, n ਜਿਹੜਾ ਹੈਗਾ ਇਹਨੂੰ ਆਪਾਂ ਕਹਿੰਦੇ ਪੋਲੀਟ੍ਰੋਪਿਕ ਇੰਡੈਕਸ ਜਾਂ ਇੰਡੈਕਸ ਆਫ ਕੰਪਰੈਸ਼ਨ ਜਾਂ ਐਕਸਪੈਂਸ਼ਨ। ਤੇ ਜਿਹੜੀ n ਦੀ ਵੈਲਿਊ ਹੈ ਇਹ 1 ਤੋਂ ਲੈ ਕੇ ਇਨਫਿਨਿਟੀ ਤੱਕ ਵੇਰੀ ਕਰਦੀ ਹੈ। ਠੀਕ ਹੈ ਨਾ। ਉਸ ਤੋਂ ਬਾਅਦ ਜਿਹੜੀ ਪੋਲੀਟ੍ਰੋਪਿਕ ਪ੍ਰੋਸੈਸ ਹੁੰਦੀ ਹੈ ਨਾ, ਆਪਾਂ ਇਸ ਤੋਂ ਪਹਿਲਾਂ ਇੱਕ ਆਈਸੋਥਰਮਲ ਪ੍ਰੋਸੈਸ ਸਟੱਡੀ ਕੀਤੀ ਸੀਗੀ, ਇੱਕ ਆਪਾਂ ਸਟੱਡੀ ਕੀਤੀ ਸੀ ਐਡੀਆਬੈਟਿਕ ਪ੍ਰੋਸੈਸ। ਠੀਕ ਹੈ, ਆਈਸੋਥਰਮਲ ਪ੍ਰੋਸੈਸ ਕਿਹੜੀ ਸੀਗੀ, ਜਿਹਦੇ ਵਿੱਚ ਟੈਂਪਰੇਚਰ ਕਾਂਸਟੈਂਟ ਹੁੰਦਾ ਹੈ। ਹੁਣ ਪਹਿਲਾਂ ਇੱਥੇ ਲਿਖ ਦਿੰਦੇ ਆ, ਇੱਕ ਆਪਾਂ ਸਟੱਡੀ ਕੀਤੀ ਆਈਸੋਥਰਮਲ ਪ੍ਰੋਸੈਸ, ਉਸ ਤੋਂ ਬਾਅਦ ਆਪਾਂ ਸਟੱਡੀ ਕੀਤੀ ਐਡੀਆਬੈਟਿਕ ਪ੍ਰੋਸੈਸ। ਹੁਣ ਜਿਹੜੀ ਪੋਲੀਟ੍ਰੋਪਿਕ ਪ੍ਰੋਸੈਸ ਹੈ ਨਾ ਉਹ ਆਈਸੋਥਰਮਲ ਪ੍ਰੋਸੈਸ ਤੇ ਐਡੀਆਬੈਟਿਕ ਪ੍ਰੋਸੈਸ ਇਹਨਾਂ ਦੋਨਾਂ ਦੇ ਇਨ ਬਿਟਵੀਨ ਲਾਈ ਕਰਦੀ ਹੈ। ਠੀਕ ਹੈ, ਇਹਦਾ ਮਤਲਬ ਕੀ ਹੈ, ਪੋਲੀਟ੍ਰੋਪਿਕ ਪ੍ਰੋਸੈਸ। ਠੀਕ ਹੈ, ਇਹ ਜਿਹੜੀ ਹੈ ਆਈਸੋਥਰਮਲ ਤੇ ਐਡੀਆਬੈਟਿਕ ਇਹਨਾਂ ਦੋਨਾਂ ਦੇ ਵਿੱਚ ਲਾਈ ਕਰਦੀ ਹੁੰਦੀ ਹੈ। ਇਹਦਾ ਮਤਲਬ ਕੁਝ ਪ੍ਰੋਪਰਟੀਜ਼ ਦੇ ਵਿੱਚ ਆਈਸੋਥਰਮਲ ਦੀਆਂ ਆ, ਕੁਝ ਕਰੈਕਟਰਿਸਟਿਕ ਇਹਦੇ ਵਿੱਚ ਐਡੀਆਬੈਟਿਕ ਹੈਗੀ। ਇਹਨਾਂ ਦੋਨੋਂ ਨੂੰ ਕੰਬਾਈਨ ਕਰਕੇ ਆ ਸਾਡੇ ਕੋਲ ਪੋਲੀਟ੍ਰੋਪਿਕ ਪ੍ਰੋਸੈਸ ਬਣਦੀ ਹੈ। ਠੀਕ ਹੈ, ਆਈਸੋਥਰਮਲ ਵਿੱਚ ਟੈਂਪਰੇਚਰ ਕਾਂਸਟੈਂਟ ਹੁੰਦਾ ਆ, ਜਿਹੜੀ ਐਡੀਆਬੈਟਿਕ ਹੁੰਦੀ ਇਹਦੇ ਵਿੱਚ ਹੀਟ ਟ੍ਰਾਂਸਫਰ ਜ਼ੀਰੋ ਹੁੰਦਾ ਆ, ਤੇ ਜਿਹੜੀ ਪੋਲੀਟ੍ਰੋਪਿਕ ਪ੍ਰੋਸੈਸ ਹੁੰਦੀ ਹੁਣ ਇਹਦੇ ਵਿੱਚ ਕੀ ਹੁੰਦਾ ਆ, ਇਹਦੇ ਵਿੱਚ ਜਿਹੜੀ ਆਪਾਂ ਹੀਟ ਟ੍ਰਾਂਸਫਰ ਕਰਦੇ ਆ ਨਾ ਪੋਲੀਟ੍ਰੋਪਿਕ ਪ੍ਰੋਸੈਸ ਦੇ ਵਿੱਚ, ਮੰਨ ਲਓ ਆ ਸਾਡੇ ਕੋਲ ਹੋ ਗਿਆ ਪਿਸਟਨ ਸਿਲੰਡਰ ਅਰੇਂਜਮੈਂਟ। ਪਹਿਲਾਂ ਮੈਂ ਪੋਲੀਟ੍ਰੋਪਿਕ ਪ੍ਰੋਸੈਸ ਕਰ ਲੈਣੇ, ਫਿਰ ਬਾਅਦ ਚ ਦੂਸਰੀ ਦੇਖ ਲੈਂਦੇ। ਹੁਣ ਪੋਲੀਟ੍ਰੋਪਿਕ ਪ੍ਰੋਸੈਸ ਦੇ ਵਿੱਚ ਜਿਹੜੀ ਆਪਾਂ ਹੀਟ ਟ੍ਰਾਂਸਫਰ ਕਰ ਰਹੇ ਆ ਉਹਦੇ ਵਿੱਚ ਕੁਝ ਪਾਰਟ ਜਿਹੜਾ ਹੈ ਨਾ ਹੀਟ ਦਾ ਇਹਦੇ ਅੰਦਰ ਸਟੋਰ ਹੋ ਜਾਂਦਾ ਇਨ ਦਾ ਫਾਰਮ ਆਫ ਇੰਟਰਨਲ એનર્ਜੀ ਡੈਲਟਾ ਯੂ। ਕੁਝ ਪਾਰਟ ਇਹਦੇ ਅੰਦਰ ਸਟੋਰ ਹੋ ਜਾਂਦਾ ਆ ਤੇ ਕੁਝ ਪਾਰਟ ਜਿਹੜਾ ਉਹ ਵਰਕ ਡਨ ਦੇ ਵਿੱਚ ਕੰਜ਼ਿਊਮ ਹੋ ਜਾਂਦਾ ਹੈ। ਠੀਕ ਹੈ, ਹੁਣ ਐਡੀਆਬੈਟਿਕ ਪ੍ਰੋਸੈਸ ਦੇ ਵਿੱਚ ਕੀ ਹੁੰਦਾ ਆ, ਆਪਾਂ ਬਣਾ ਲੈਣੇ ਐਡੀਆਬੈਟਿਕ ਪ੍ਰੋਸੈਸ ਵਾਸਤੇ। ਹੁਣ ਐਡੀਆਬੈਟਿਕ ਪ੍ਰੋਸੈਸ ਇਹਨਾਂ ਵਿੱਚ ਡਿਫਰੈਂਸ ਤੁਹਾਨੂੰ ਦੱਸਦਾ ਪਿਆ ਕੀ ਹੁੰਦਾ ਹੈ। ਹੁਣ ਐਡੀਆਬੈਟਿਕ ਪ੍ਰੋਸੈਸ ਵਾਸਤੇ ਕੀ ਹੈ, ਇੱਥੇ ਆਪਾਂ ਕੀ ਕਰ ਰਹੇ ਹਾਂ, ਹੀਟ ਸਪਲਾਈ ਕਰ ਰਹੇ ਹਾਂ ਕਿਊ, ਜਦ ਕਿ ਇੱਥੇ ਹੀਟ ਸਪਲਾਈ ਜਿਹੜੀ ਹੈ ਉਹ ਹੁੰਦੀ ਨਹੀਂ। ਇੱਥੇ ਕਿਊ ਕੀ ਹੈ, ਕਿਊ ਇਜ਼ ਇਕੁਅਲ ਟੂ 0 ਹੈਗਾ ਹੈ, ਪਰ ਪਿਸਟਨ ਜਿਹੜਾ ਉਹ ਮੂਵ ਕਰਦਾ, ਇਹਦਾ ਮਤਲਬ ਵਰਕ ਡਨ ਹੁੰਦਾ ਹੈ। ਠੀਕ ਹੈ, ਆ ਇਹਦੇ ਅੰਦਰ ਇੱਕ ਡਿਫਰੈਂਸ ਹੋ ਗਿਆ। ਹੁਣ ਆਈਸੋਥਰਮਲ ਵਿੱਚ ਕੀ ਹੁੰਦਾ ਆ, ਆ ਸਾਡੇ ਕੋਲ ਹੋ ਗਿਆ ਅਗਲਾ ਆਈਸੋਥਰਮਲ ਪ੍ਰੋਸੈਸ। ਹੁਣ ਇਹਦੇ ਵਿੱਚ ਆਪਾਂ ਕੀ ਕਰ ਰਹੇ ਹਾਂ, ਆਪਾਂ ਹੀਟ ਟ੍ਰਾਂਸਫਰ ਕਰ ਰਹੇ ਹਾਂ। ਠੀਕ ਹੈ, ਇੱਥੇ ਆਪਾਂ ਕਿਊ ਅਮਾਊਂਟ ਆਫ ਹੀਟ ਜਿਹੜੀ ਹੈ ਟ੍ਰਾਂਸਫਰ ਕਰ ਰਹੇ ਹਾਂ।
ਹੁਣ ਇਹਦੇ ਵਿੱਚ ਕੀ ਹੁੰਦਾ ਆ, ਜਿੰਨੀ ਆਈਸੋਥਰਮਲ ਪ੍ਰੋਸੈਸ ਵਿੱਚ ਕੀ ਹੁੰਦਾ ਆ, ਇੱਥੇ ਲਿਖ ਦਿੰਦਾ ਆ ਆਈਸੋਥਰਮਲ ਹੋ ਗਿਆ, ਇਹ ਪੋਲੀਟ੍ਰੋਪਿਕ ਹੋ ਗਈ ਤੇ ਇਹ ਐਡੀਆਬੈਟਿਕ। ਆਈਸੋਥਰਮਲ ਵਿੱਚ ਕੀ ਹੁੰਦਾ ਹੈ, ਜਿੰਨੀ ਆਪਾਂ ਹੀਟ ਸਪਲਾਈ ਕਰਦੇ ਹਾਂ, ਠੀਕ ਹੈ, ਉਹ ਸਾਰੀ ਦੀ ਸਾਰੀ ਹੀਟ ਸਪਲਾਈ ਜਿਹੜੀ ਹੈ ਉਹ ਵਰਕ ਡਨ 'ਚ ਕੰਜ਼ਿਊਮ ਹੋ ਜਾਂਦੀ ਹੈ। ਮਤਲਬ ਕੋਈ ਵੀ ਇਹਦੇ ਅੰਦਰ ਹੀਟ એનર્ਜੀ ਸਟੋਰ ਜਿਹੜੀ ਆ ਉਹ ਨਹੀਂ ਹੁੰਦੀ, ਜਿਹਦੇ ਕਰਕੇ ਇਹਦੇ ਅੰਦਰ ਚੇਂਜ ਇਨ ਇੰਟਰਨਲ એનર્ਜੀ ਕਿੰਨਾ ਹੋ ਜਾਂਦਾ ਹੈ, 0। ਠੀਕ ਹੈ, ਕੋਈ ਹੀਟ ਜਿਹੜੀ ਇਹਦੇ ਅੰਦਰ ਸਟੋਰ ਨਹੀਂ ਹੁੰਦੀ, ਜਿੰਨੀ ਆਪਾਂ ਹੀਟ ਸਪਲਾਈ ਕਰ ਰਹੇ ਹਾਂ ਸਾਰੀ ਦੀ ਸਾਰੀ ਵਰਕ ਡਨ 'ਚ ਕੰਜ਼ਿਊਮ ਹੋ ਜਾਏਗੀ। ਹੁਣ ਇੱਕ ਵਾਰ ਫਿਰ ਤੁਹਾਨੂੰ ਤਿੰਨੇ ਦੱਸ ਦਿੰਦਾ ਪ੍ਰੋਸੈਸ। ਆਈਸੋਥਰਮਲ ਕਿਹੜੀ ਹੁੰਦੀ ਆ, ਜਿਹਦੇ ਵਿੱਚ ਟੈਂਪਰੇਚਰ ਕਾਂਸਟੈਂਟ ਹੁੰਦਾ ਆ। ਦੇਖੋ ਟੈਂਪਰੇਚਰ ਕਦੋਂ ਇਨਕਰੀਜ਼ ਜਾਂ ਡਿਕਰੀਜ਼ ਹੋਏਗਾ, ਜਦੋਂ ਇੰਟਰਨਲ એનર્ਜੀ ਚੇਂਜ ਹੋਏਗੀ। ਅਗਰ ਇਹਦੇ ਅੰਦਰ ਇੰਟਰਨਲ એનર્ਜੀ ਸਟੋਰ ਹੋਣੀ ਸ਼ੁਰੂ ਹੋ ਜਾਏਗੀ, ਜਮਾ ਹੋਣੀ ਸ਼ੁਰੂ ਹੋ ਜਾਏਗੀ, ਮਤਲਬ ਜਿਹੜੇ ਆਪਾਂ ਹੀਟ ਸਪਲਾਈ ਕਰ ਰਹੇ ਹਾਂ ਅਗਰ ਇਹਦੇ ਅੰਦਰ ਉਹ ਜਮਾ ਹੋਣੀ ਸ਼ੁਰੂ ਹੋ ਜਾ ਰਹੀ ਹੈ, ਇਹਦਾ ਮਤਲਬ ਕੀ ਹੈ, ਉਹਦੀ ਇੰਟਰਨਲ એનર્ਜੀ ਇਨਕਰੀਜ਼ ਹੋ ਰਹੀ ਹੈ ਤੇ ਇਹਦੇ ਨਾਲ ਕੀ ਹੋਏਗਾ, ਟੈਂਪਰੇਚਰ ਵਧਣਾ ਸ਼ੁਰੂ ਹੋ ਜਾਏਗਾ। ਅਗਰ ਇਹਦੇ ਵਿੱਚੋਂ ਦੀ ਹੀਟ ਰਿਮੂਵ ਹੋ ਰਹੀ ਹੈਗੀ ਹੈ, ਉਹਨਾਂ ਨਾਲ ਕੀ ਹੋਏਗਾ, ਇੰਟਰਨਲ ਜਿਹੜੀ ਹੈ ਉਹ ਘਟਣੀ ਸ਼ੁਰੂ ਹੋ ਜਾਏਗੀ ਤੇ ਉਹਨਾਂ ਕੀ ਹੋਏਗਾ, ਟੈਂਪਰੇਚਰ ਜਿਹੜਾ ਉਹ ਡਿਕਰੀਜ਼ ਹੋਣਾ ਸ਼ੁਰੂ ਹੋ ਜਾਂਦਾ ਹੈ। ਠੀਕ ਹੈ, ਉਸ ਤੋਂ ਬਾਅਦ ਪੋਲੀਟ੍ਰੋਪਿਕ ਤੇ ਐਡੀਆਬੈਟਿਕ। ਐਡੀਆਬੈਟਿਕ ਵਿੱਚ ਕੀ ਹੁੰਦਾ ਆ, ਵਰਕ ਡਨ ਹੁੰਦਾ ਆ, ਹੀਟ ਟ੍ਰਾਂਸਫਰ ਜਿਹੜੀ ਹੈ ਉਹ 0 ਹੈ। ਹੁਣ ਇਤੋਂ ਇੱਕ ਵਾਰ ਫਿਰ ਦੇਖ ਲਓ, ਇਹਦੇ ਅੰਦਰ ਹੀਟ ਟ੍ਰਾਂਸਫਰ ਹੋ ਰਹੀ ਹੈ, ਹੀਟ ਆਪਾਂ ਸਪਲਾਈ ਕਰ ਰਹੇ ਹਾਂ, ਪਰ ਇਹਦੇ ਅੰਦਰ ਕੁਝ ਸਟੋਰ ਨਹੀਂ ਹੋ ਰਿਹਾ, ਸਾਰਾ ਦਾ ਸਾਰਾ ਵਰਕ ਡਨ 'ਚ ਕਨਵਰਟ ਹੋ ਰਿਹਾ ਹੈ। ਇਹਦੇ ਵਿੱਚ ਕੀ ਹੋ ਰਿਹਾ ਹੈ, ਇਹਦੇ ਵਿੱਚ ਜਦੋਂ ਪੋਲੀਟ੍ਰੋਪਿਕ ਪ੍ਰੋਸੈਸ ਵਿੱਚ ਆਪਾਂ ਹੀਟ ਸਪਲਾਈ ਕਰ ਰਹੇ ਹਾਂ ਤੇ ਅੰਦਰ ਹੀਟ ਸਟੋਰ ਵੀ ਹੋ ਰਹੀ ਹੈ ਤੇ ਵਰਕ ਡਨ ਵੀ ਹੋ ਰਿਹਾ, ਇਹਦੇ ਵਿੱਚ ਦੋਨੋਂ ਚੀਜ਼ਾਂ ਹੋ ਰਹੀਆਂ ਹੈ। ਜਦ ਕਿ ਜਿਹੜੀ ਐਡੀਆਬੈਟਿਕ ਪ੍ਰੋਸੈਸ ਇਹਦੇ ਵਿੱਚ ਕੀ ਹੈਗਾ, ਇਹਦੇ ਵਿੱਚ ਆਪਣੇ ਕੋਲ ਹੀਟ ਟ੍ਰਾਂਸਫਰ ਜਿਹੜੀ ਆ ਉਹ ਹੀ 0 ਹੈਗੀ ਹੈ, ਮਤਲਬ ਆਪਾਂ ਕੋਈ ਹੀਟ ਸਪਲਾਈ ਹੀ ਨਹੀਂ ਕਰ ਰਹੇ। ਠੀਕ ਹੈ, ਇਸ ਤਰੀਕੇ ਨਾਲ ਕੀ ਹੁੰਦਾ ਆ, ਪੋਲੀਟ੍ਰੋਪਿਕ ਪ੍ਰੋਸੈਸ ਜਿਹੜੀ ਹੈ ਉਹ ਆਈਸੋਥਰਮਲ ਤੇ ਐਡੀਆਬੈਟਿਕ ਦਾ ਇੱਕ ਇਨ ਬਿਟਵੀਨ ਲਾਈ ਕਰਦੀ ਹੁੰਦੀ ਹੈ। ਹੁਣ ਇਸ ਤੋਂ ਬਾਅਦ ਆਪਾਂ ਕਰਨਾ ਕਿ ਜਿੰਨੀਆਂ ਵੀ ਆਪਾਂ ਪ੍ਰੋਸੈਸ ਸਟੱਡੀ ਕੀਤੀਆਂ ਆ, ਆਪਾਂ ਕਾਂਸਟੈਂਟ ਵੋਲਿਊਮ ਪ੍ਰੋਸੈਸ ਸਟੱਡੀ ਕੀਤੀ ਜਿਹਨੂੰ ਆਪਾਂ ਆਈਸੋਕੋਰਿਕ ਪ੍ਰੋਸੈਸ ਵੀ ਕਹਿੰਦੇ ਆ, ਫਿਰ ਆਪਾਂ ਕਾਂਸਟੈਂਟ ਪ੍ਰੈਸ਼ਰ ਪ੍ਰੋਸੈਸ ਸਟੱਡੀ ਕੀਤੀ ਉਹਨੂੰ ਆਪਾਂ ਆਈਸੋਬਾਰਿਕ ਪ੍ਰੋਸੈਸ ਵੀ ਕਹਿੰਦੇ ਆ। ਠੀਕ ਹੈ, ਫਿਰ ਕਾਂਸਟੈਂਟ ਟੈਂਪਰੇਚਰ ਪ੍ਰੋਸੈਸ ਜਿਹਨੂੰ ਆਪਾਂ ਆਈਸੋਥਰਮਲ ਪ੍ਰੋਸੈਸ ਕਹਿੰਦੇ ਆ, ਪੋਲੀਟ੍ਰੋਪਿਕ ਪ੍ਰੋਸੈਸ ਸਟੱਡੀ ਕੀਤੀ, ਐਡੀਆਬੈਟਿਕ ਪ੍ਰੋਸੈਸ ਹੈਗੀ ਆ। ਇਹ ਸਾਰੀਆਂ ਦੀ ਸਾਰੀਆਂ ਜਿਹੜੀਆਂ ਪ੍ਰੋਸੈਸਿਸ ਹੈਗੀਆਂ ਨਾ, ਆਪਾਂ PV ਦੀ ਪਾਵਰ n ਪੋਲੀਟ੍ਰੋਪਿਕ ਪ੍ਰੋਸੈਸ ਦੀ ਜਿਹੜਾ ਇਕੁਏਸ਼ਨ ਹੈ ਨਾ, ਇਸ ਤੋਂ ਆਪਾਂ ਡਿਰਾਈਵ ਕਰ ਸਕਦੇ ਹਾਂ, ਇਹਨਾਂ ਸਾਰੀ ਪ੍ਰੋਸੈਸਿਸ ਨੂੰ ਡਰਾਈਵ ਕਰ ਸਕਦੇ ਹਾਂ। ਠੀਕ ਹੈ, ਉਹ ਕਿੱਦਾਂ ਕਰ ਸਕਦੇ ਹੋ ਤੁਹਾਨੂੰ ਮੈਂ ਹੁਣ ਦੱਸਦਾ ਹਾਂ। ਹੁਣ ਇਹਦੇ ਵਿੱਚ ਆਪਾਂ ਕੀ ਕਰਨਾ, ਸਾਡੇ ਕੋਲ ਇਕੁਏਸ਼ਨ ਕੀ ਹੈਗੀ ਆ, PV ਦੀ ਪਾਵਰ n ਇਜ਼ ਇਕੁਅਲ ਟੂ ਕਾਂਸਟੈਂਟ। ਇੱਥੇ ਨਾਲ ਨਾਲ ਆਪਾਂ ਗ੍ਰਾਫ ਵੀ ਡਰਾ ਕਰਾਂਗੇ। ਇਧਰਲੀ ਸਾਈਡ ਪ੍ਰੈਸ਼ਰ ਹੈ, ਅਲੋਂਗ x ਐਕਸਿਸ ਜਿਹੜਾ ਉਹ ਵੋਲਿਊਮ। ਆਪਾਂ PV ਡਾਇਗਰਾਮ ਦੇ ਉੱਪਰ ਇਹਨੂੰ ਪਲਾਟ ਵੀ ਕਰਾਂਗੇ। ਹੁਣ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ, n ਦੀ ਵੈਲਿਊ ਜਿਹੜੀ ਹੈ ਨਾ ਆਪਾਂ 0 ਸਬਸਟੀਟਿਊਟ ਕਰ ਦਿੰਦੇ ਹਾਂ। ਆਪਾਂ ਦੇਖਣਾ ਕਿ n ਦੀ ਵੈਲਿਊ ਨੂੰ ਅਗਰ ਆਪਾਂ 0 ਕਰ ਦਿੰਦੇ ਹਾਂ ਤੇ ਸਾਨੂੰ ਕੀ ਮਿਲਦਾ ਹੈ। ਆਪਾਂ n ਦੀ ਵੈਲਿਊ ਕੀ ਕੀਤੀ, 0 ਸਬਸਟੀਟਿਊਟ ਕਰ ਦਿੱਤੀ। ਹੁਣ ਇਹ ਬਣ ਜਾਏਗਾ PV ਦੀ ਪਾਵਰ 0 ਇਜ਼ ਇਕੁਅਲ ਟੂ ਕਾਂਸਟੈਂਟ। ਇਹ ਆਪਣਾ ਪਹਿਲਾ ਮੰਨ ਲਿਆ। ਹੁਣ v ਦੀ ਪਾਵਰ 0 ਕਿਹਦੇ ਬਰਾਬਰ ਹੁੰਦਾ ਆ, v ਦੀ ਪਾਵਰ 0 ਜਿਹੜੀ ਹੈ ਉਹ ਬਰਾਬਰ ਹੁੰਦਾ ਆ 1 ਦੇ। ਹੁਣ ਇਹਦਾ ਮਤਲਬ ਕੀ ਹੋ ਗਿਆ, p into 1 is equal to constant ਜਾਂ p is equal to constant। ਇਹਦਾ ਮਤਲਬ ਜਦੋਂ n ਦੀ ਪਾਵਰ 0 ਹੋਏਗੀ ਤਾਂ p is equal to constant ਹੁੰਦਾ ਆ, ਜਾਂ ਇਹ ਪ੍ਰੋਸੈਸ ਜਿਹੜੀ ਹੈ constant ਪ੍ਰੈਸ਼ਰ ਪ੍ਰੋਸੈਸ। ਹੁਣ ਇਹਦੇ ਉੱਪਰ ਆਪਾਂ ਕਿੱਦਾਂ ਰਿਪਰੈਜ਼ੈਂਟ ਕਰਾਂਗੇ constant ਪ੍ਰੈਸ਼ਰ ਪ੍ਰੋਸੈਸ ਨੂੰ, ਆਪਾਂ ਇਹਨੂੰ ਰਿਪਰੈਜ਼ੈਂਟ ਕਰਦੇ ਹਾਂ ਇੱਕ ਸਟ੍ਰੇਟ ਹੋਰੀਜ਼ੋਨਟਲ ਲਾਈਨ ਦੇ ਨਾਲ। ਇਹ ਹੋਗੀ ਸਾਡੀ constant ਪ੍ਰੈਸ਼ਰ ਪ੍ਰੋਸੈਸ। ਫਿਰ ਉਸ ਤੋਂ ਬਾਅਦ ਆਪਾਂ ਕੀ ਕਰਦੇ ਹਾਂ, ਨੈਕਸਟ ਦੇ ਵਿੱਚ ਆਪਾਂ ਹੁਣ ਵੈਲਿਊ ਸਬਸਟੀਟਿਊਟ ਕਰ ਦਿੰਦੇ ਹਾਂ, n ਦੀ ਵੈਲਿਊ ਸਬਸਟੀਟਿਊਟ ਕਰ ਦਿੰਦੇ ਹਾਂ। n ਜਿਹੜੀ ਹੈ ਉਹ ਹੈਗਾ ਇਨਫਿਨਿਟੀ। ਆਪਾਂ ਤੁਹਾਨੂੰ ਦੱਸਿਆ ਸ਼ੁਰੂ ਦੇ ਵਿੱਚ ਕਿ n ਦੀ ਵੈਲਿਊ 0 ਟੂ ਇਨਫਿਨਿਟੀ ਵੇਰੀ ਕਰਦੀ ਹੈ। ਠੀਕ ਹੈ, ਇੱਥੇ 1 ਲਿਖਿਆ ਸੀ ਤਾਂ ਮੈਂ ਗਲਤ ਲਿਖਤਾ ਸੀਗਾ, ਮੈਂ ਸਹੀ ਕਰ ਦਿੰਦਾ। ਇੱਥੇ n ਦੀ ਵੈਲਿਊ ਜਿਹੜੀ ਹੈ ਨਾ ਉਹ 0 ਟੂ ਇਨਫਿਨਿਟੀ ਤੱਕ ਵੇਰੀ ਕਰਦੀ ਹੈ। ਠੀਕ ਹੈ, ਕਰੈਕਟ ਕਰ ਲਈਏ। ਹੁਣ n ਦੀ ਵੈਲਿਊ ਇਨਫਿਨਿਟੀ ਸਬਸਟੀਟਿਊਟ ਕਰਕੇ ਦੇਖਦੇ ਹਾਂ ਕੀ ਬਣਦਾ ਸਾਡੇ ਕੋਲ। ਹੁਣ ਆ ਜਾਏਗਾ PV ਦੀ ਪਾਵਰ ਇਨਫਿਨਿਟੀ ਇਜ਼ ਇਕੁਅਲ ਟੂ ਕਾਂਸਟੈਂਟ। ਠੀਕ ਹੈ, ਹੁਣ ਇਹਦੇ ਵਿੱਚ ਕੀ ਹੋਏਗਾ, v ਦੀ ਪਾਵਰ ਇਨਫਿਨਿਟੀ, ਮਤਲਬ v ਦੀ ਪਾਵਰ ਇਨਫਿਨਿਟੀ ਜਦੋਂ ਆਪਾਂ ਕਰਦੇ ਹਾਂ, ਕਿਸ ਦੀ ਪਾਵਰ ਇਨਫਿਨਿਟੀ ਕਰਦੇ ਹਾਂ, ਇਹਦਾ ਮਤਲਬ
ਇਹ ਜਿਹੜੀ ਵੈਲਿਊ ਹੈ ਨਾ ਇਹ ਬਹੁਤ ਹੀ ਜ਼ਿਆਦਾ ਬਹੁਤ ਮੈਨੀ ਟਾਈਮਸ ਜਿਹੜੀ ਹੈ ਉਹ ਇਨਕਰੀਜ਼ ਹੋ ਜਾਂਦੀ ਹੈ। ਇਹਦੇ ਕੰਪੈरेटिवली p ਜਿਹੜਾ ਹੈ ਨਾ ਇਹ ਬਹੁਤ ਜ਼ਿਆਦਾ ਸਮਾਲ ਹੁੰਦਾ ਆ। ਇਸ ਕਰਕੇ ਆਪਾਂ ਕੀ ਕਰਦੇ ਹਾਂ p ਜਿਹੜਾ ਹੈ ਇਹਨੂੰ ਇਗਨੋਰ ਕਰ ਦਿੰਦੇ ਆ। ਠੀਕ ਹੈ, ਤੇ ਇਹ ਪ੍ਰੋਸੈਸ ਬਣ ਜਾਂਦੀ ਆ v ਇਜ਼ ਇਕੁਅਲ ਟੂ ਕਨਸਟੈਂਟ। ਇਹਦਾ ਮਤਲਬ ਜਦੋਂ n ਦੀ ਪਾਵਰ ਇਨਫਿਨਿਟੀ ਆਪਾਂ n ਦੀ ਵੈਲਿਊ ਆਪਾਂ ਇਨਫਿਨਿਟੀ ਸਬਸਟੀਟਿਊਟ ਕਰਾਂਗੇ ਇਸ ਦੇ ਵਿੱਚ, ਤੇ ਉਹ ਕਿਹੜੀ ਪ੍ਰੋਸੈਸ ਬਣ ਜਾਏਗੀ ਜਿਸ ਪ੍ਰੋਸੈਸ ਵਿੱਚ ਵੋਲਿਊਮ ਕਾਂਸਟੈਂਟ ਹੁੰਦਾ ਆ, ਜਾਂ ਇਹਨੂੰ ਆਪਾਂ ਕਵਾਂਗੇ ਕਾਂਸਟੈਂਟ ਵੋਲਿਊਮ ਪ੍ਰੋਸੈਸ। ਤੇ ਇਹਨੂੰ ਆਪਾਂ ਕਿੱਦਾਂ ਰਿਪਰੈਜ਼ੈਂਟ ਕਰਦੇ ਹਾਂ ਪੀਵੀ ਡਾਇਗਰਾਮ ਦੇ ਉੱਪਰ, ਇਹਨੂੰ ਆਪਾਂ ਰਿਪਰੈਜ਼ੈਂਟ ਕਰਦੇ ਹਾਂ ਇੱਕ ਸਟ੍ਰੇਟ ਵਰਟੀਕਲ ਲਾਈਨ ਦੇ ਨਾਲ। ਠੀਕ ਹੈ, ਇਹ ਹੋ ਗਿਆ ਸਾਡੇ ਕੋਲ ਕਾਂਸਟੈਂਟ ਪ੍ਰੈਸ਼ਰ ਪ੍ਰੋਸੈਸ। ਇੱਥੇ ਲਿਖ ਦਿੰਦੇ p v ਦੀ ਪਾਵਰ 0 ਇਜ਼ ਇਕੁਅਲ ਟੂ ਕਾਂਸਟੈਂਟ। ਇਹ ਸਾਡੇ ਕੋਲ ਹੋ ਜਾਏਗੀ p v ਦੀ ਪਾਵਰ ਇਨਫਿਨਿਟੀ ਇਜ਼ ਇਕੁਅਲ ਟੂ ਕਾਂਸਟੈਂਟ। ਠੀਕ ਹੈ, ਹੁਣ ਆਪਾਂ ਨੈਕਸਟ ਕਰਦੇ ਹਾਂ ਤੀਸਰੇ। ਇਹਦੇ ਵਿੱਚ ਆਪਾਂ ਕੀ ਕਰਦੇ ਹਾਂ, ਇਹਦੀ ਵੈਲਿਊ ਜਿਹੜੀ ਹੈ ਨਾ n ਦੀ ਵੈਲਿਊ ਆਪਾਂ 1 ਸਬਸਟੀਟਿਊਟ ਕਰਕੇ ਦੇਖਦੇ ਹਾਂ। ਇਸ ਇਕੁਏਸ਼ਨ ਦੇ ਵਿੱਚ ਹੁਣ ਆਪਾਂ n ਦੀ ਵੈਲਿਊ 1 ਸਬਸਟੀਟਿਊਟ ਕਰਨੀ ਹੈ। ਇਹ ਬਣ ਜਾਏਗਾ p v ਦੀ ਪਾਵਰ 1 ਇਜ਼ ਇਕੁਅਲ ਟੂ ਕਾਂਸਟੈਂਟ। ਠੀਕ ਹੈ, ਇਹਨੂੰ ਆਪਾਂ ਇਦਾਂ ਵੀ ਲਿਖ ਸਕਦੇ ਹਾਂ pv ਇਜ਼ ਇਕੁਅਲ ਟੂ ਕਾਂਸਟੈਂਟ। ਹੁਣ ਇਹ ਇਕੁਏਸ਼ਨ ਕਿਸ ਪ੍ਰੋਸੈਸ ਦੀ ਹੁੰਦੀ pv ਇਜ਼ ਇਕੁਅਲ ਟੂ ਕਾਂਸਟੈਂਟ, ਇਹ ਆਪਾਂ ਯੂਜ਼ ਕਰਦੇ ਹਾਂ ਕਾਂਸਟੈਂਟ ਟੈਂਪਰੇਚਰ ਪ੍ਰੋਸੈਸ ਦੀ। ਇਸ ਕਰਕੇ ਜਦੋਂ ਆਪਾਂ ਇਹਦਾ ਮਤਲਬ ਕੀ ਹੈ, ਜਦੋਂ ਆਪਾਂ n ਦੀ ਵੈਲਿਊ 1 ਸਬਸਟੀਟਿਊਟ ਕਰਾਂਗੇ ਤੇ ਇਹ ਪ੍ਰੋਸੈਸ ਕਿਹੜੀ ਬਣ ਜਾਏਗੀ, ਇਹ ਸਾਡੇ ਕੋਲ ਬਣ ਜਾਏਗੀ ਕਾਂਸਟੈਂਟ ਟੈਂਪਰੇਚਰ ਪ੍ਰੋਸੈਸ। ਤੇ ਇਹਨੂੰ ਆਪਾਂ ਕਿੱਦਾਂ ਰਿਪਰੈਜ਼ੈਂਟ ਕਰਦੇ ਹਾਂ ਪੀਵੀ ਡਾਇਗਰਾਮ ਦੇ ਉੱਪਰ, ਇੱਕ ਕਰਵ ਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ। ਠੀਕ ਹੈ, ਹੁਣ ਇਹ ਇਕੁਏਸ਼ਨ ਸਾਡੇ ਕੋਲ ਆ ਗਈ ਹੈ pv is equal to c ਜਾਂ pv is equal to constant ਆ ਗਈ। ਹੁਣ ਹਾਲ ਤੱਕ ਆਪਾਂ ਕੀ ਕੀਤਾ ਆ, pv ਦੀ ਪਾਵਰ n ਜਿਹੜੀ ਹੈ ਇਕੁਏਸ਼ਨ ਪੋਲੀਟ੍ਰੋਪਿਕ ਪ੍ਰੋਸੈਸ ਦੀ, ਇਹਦੇ ਵਿੱਚ ਆਪਾਂ ਇੱਕ ਵਾਰ n ਦੀ ਵੈਲਿਊ 0 ਪੁੱਟ ਕਰਕੇ ਦੇਖੀ, ਫਿਰ ਆਪਾਂ n ਦੀ ਵੈਲਿਊ ਇਨਫਿਨਿਟੀ ਪੁੱਟ ਕਰਕੇ ਦੇਖੀ, ਫਿਰ ਆਪਾਂ n ਦੀ ਵੈਲਿਊ 1 ਪੁੱਟ ਕਰਕੇ ਦੇਖੀ। ਹੁਣ ਕੀ ਹੈਗਾ ਆ, ਹੁਣ ਆਪਾਂ ਇਹਦੇ ਵਿੱਚ ਸਬਸਟੀਟਿਊਟ ਕਰ ਦੇਣਾ n ਦੀ ਪਾਵਰ ਗਾਮਾ ਸਬਸਟੀਟਿਊਟ ਕਰ ਦਿੰਦੇ, ਕਿਉਂਕਿ ਐਡੀਆਬੈਟਿਕ ਪ੍ਰੋਸੈਸ ਦੇ ਵਿੱਚ n ਕੀ ਹੈ, ਗਾਮਾ ਹੈ। ਇੱਥੇ ਆਪਾਂ ਲਿਖਦੇ ਨੇ pv ਦੀ ਪਾਵਰ n ਦੀ ਜਗ੍ਹਾ ਲਿਖ ਦੇਣਾ ਆਪਾਂ ਗਾਮਾ ਇਜ਼ ਇਕੁਅਲ ਟੂ c। ਠੀਕ ਹੈ, ਹੁਣ ਇਸ ਜਿਹੜੀ ਇਕੁਏਸ਼ਨ ਹੈ ਇਹਨੂੰ ਆਪਾਂ ਕਿੱਦਾਂ ਰਿਪਰੈਜ਼ੈਂਟ ਕਰਦੇ ਪੀਵੀ ਡਾਇਗਰਾਮ ਦੇ ਉੱਪਰ, ਇੱਕ ਕਰਵ ਦੇ ਨਾਲ ਇਦਾਂ ਕਰਕੇ। ਠੀਕ ਹੈ, ਇਹ ਐਡੀਆਬੈਟਿਕ ਪ੍ਰੋਸੈਸ ਵਾਸਤੇ ਇਕੁਏਸ਼ਨ ਹੈ pv ਦੀ ਪਾਵਰ ਗਾਮਾ ਇਜ਼ ਇਕੁਅਲ ਟੂ ਕਾਂਸਟੈਂਟ। ਤੇ ਲਾਸਟ ਸਾਡੇ ਕੋਲ ਰਹਿ ਜਾਂਦੀ ਹੈ ਪੋਲੀਟ੍ਰੋਪਿਕ ਪ੍ਰੋਸੈਸ ਵਾਸਤੇ, ਉਹ ਸਿੰਪਲ ਉਹਦੀ ਆਪਣੀ ਇਕੁਏਸ਼ਨ ਆਪ ਹੀ ਹੈ, ਉਹ pv ਦੀ ਪਾਵਰ n ਇਜ਼ ਇਕੁਅਲ ਟੂ ਕਾਂਸਟੈਂਟ। ਇਹ ਫਿਫਥ ਹੈਗੀ ਆ, ਇਹ ਹੈਗੀ ਸਾਡੇ ਕੋਲ, ਇਹ ਹੈਗੀ ਆ ਐਡੀਆਬੈਟਿਕ ਪ੍ਰੋਸੈਸ ਵਾਸਤੇ, ਤੇ ਇਹ ਹੈਗੀ ਆ ਪੋਲੀਟ੍ਰੋਪਿਕ ਪ੍ਰੋਸੈਸ ਵਾਸਤੇ। ਠੀਕ ਹੈ, ਹੁਣ ਤੁਹਾਨੂੰ ਇੱਕ ਗੱਲ ਹੋਰ ਦੱਸੀ ਸੀ ਸਟਾਰਟਿੰਗ ਦੇ ਵਿੱਚ ਕਿ ਪੋਲੀਟ੍ਰੋਪਿਕ ਪ੍ਰੋਸੈਸ ਜਿਹੜੀ ਹੈ ਉਹ ਆਈਸੋਥਰਮਲ ਪ੍ਰੋਸੈਸ ਤੇ ਐਡੀਆਬੈਟਿਕ ਪ੍ਰੋਸੈਸ ਦੇ ਇਨ ਬਿਟਵੀਨ ਲਾਈ ਕਰਦੀ ਹੈ। ਠੀਕ ਹੈ, ਹੁਣ ਆਪਾਂ ਇੱਥੇ ਦੇਖ ਲੈਂਦੇ ਆ, ਆ ਜਿਹੜੀ ਹੈਗੀ ਹੈ ਇਹ ਆਈਸੋਥਰਮਲ ਪ੍ਰੋਸੈਸ ਹੈਗੀ ਹੈ, ਤੇ ਆ ਹੈਗੀ ਹੈ ਐਡੀਆਬੈਟਿਕ ਪ੍ਰੋਸੈਸ। ਤੇ ਜਿਹੜੀ ਪੋਲੀਟ੍ਰੋਪਿਕ ਹੈ ਉਹ ਇਹਨਾਂ ਦੋਨਾਂ ਦੇ ਇਨ ਬਿਟਵੀਨ ਲਾਈ ਕਰਦੀ ਹੈ। ਇਹਦਾ ਮਤਲਬ ਕੀ ਹੈ ਕਿ ਜਿਹੜੀ ਕਰਵ ਆਪਾਂ ਡਰਾ ਕਰਾਂਗੇ ਇਹਨਾਂ ਦੋਨਾਂ ਦੇ ਵਿੱਚ ਡਰਾ ਕਰਾਂਗੇ, ਉਹ ਕਰਵ ਜਿਹੜੀ ਹੈ ਉਹ ਸਾਡੇ ਕੋਲ ਇੱਥੇ ਹੈ। ਠੀਕ ਹੈ, ਇੱਥੇ ਆਪਾਂ ਲਿਖ ਦੇਣਾ pv ਦੀ ਪਾਵਰ n ਇਜ਼ ਇਕੁਅਲ ਟੂ ਕਾਂਸਟੈਂਟ। ਠੀਕ ਹੈ, ਇਸ ਤਰੀਕੇ ਨਾਲ ਆਪਾਂ ਇਹ ਪੀਵੀ ਡਾਇਗਰਾਮ ਡਰਾ ਕੀਤਾ ਹੈ। ਇੱਕ ਵਾਰ n ਦੀ ਵੈਲਿਊ 0 ਪੁੱਟ ਕੀਤੀ, ਇੱਕ ਵਾਰ ਇਨਫਿਨਿਟੀ ਪੁੱਟ ਕੀਤੀ ਹੈ n ਦੀ ਵੈਲਿਊ, ਇੱਕ ਵਾਰ ਆਪਾਂ 1 ਪੁੱਟ ਕੀਤੀ, ਉਸ ਤੋਂ ਬਾਅਦ ਗਾਮਾ ਪੁੱਟ ਕੀਤੀ, ਉਸ ਤੋਂ ਬਾਅਦ n ਪੁੱਟ ਕੀਤੀ। ਠੀਕ ਹੈ, pv ਦੀ ਪਾਵਰ n। ਹੁਣ ਆਪਾਂ ਹੀ ਕਰਨਾ ਹੈ, ਹੁਣ ਆਪਾਂ ਜਿਹੜੀ ਸਾਡੇ ਕੋਲ ਪੋਲੀਟ੍ਰੋਪਿਕ ਪ੍ਰੋਸੈਸ ਹੈਗੀ ਆ, ਪੋਲੀਟ੍ਰੋਪਿਕ ਪ੍ਰੋਸੈਸ ਵਾਸਤੇ ਆਪਾਂ ਵਰਕ ਡਨ ਫਾਈਂਡ ਆਊਟ ਕਰਨਾ ਹੈ। ਜਿੱਦਾਂ ਆਪਾਂ ਠੀਕ ਹੈ ਐਡੀਆਬੈਟਿਕ ਪ੍ਰੋਸੈਸ ਵਾਸਤੇ ਵਰਕ ਡਨ ਫਾਈਂਡ ਆਊਟ ਕੀਤਾ ਸੀਗਾ, ਸੇਮ ਟੂ ਸੇਮ ਤਰੀਕੇ ਦੇ ਨਾਲ ਆਪਾਂ ਪੋਲੀਟ੍ਰੋਪਿਕ ਪ੍ਰੋਸੈਸ ਵਾਸਤੇ ਵਰਕ ਡਨ ਫਾਈਂਡ ਆਊਟ ਕਰਨਾ ਹੈ। ਠੀਕ ਹੈ, ਹੁਣ ਤੁਹਾਨੂੰ ਸਟਾਰਟਿੰਗ ਤੋਂ ਦੱਸਿਆ ਸੀਗਾ ਕਿ ਵਰਕ ਡਨ ਦਾ ਕੀ ਫਾਰਮੂਲਾ ਹੁੰਦਾ ਆ। ਫਸਟ ਆਪਾਂ ਕੀ ਕਰ ਰਹੇ, ਵਰਕ ਡਨ ਫਾਈਂਡ ਆਊਟ ਕਰ ਰਹੇ ਹਾਂ। ਵਰਕ ਡਨ ਦਾ ਫਾਰਮੂਲਾ ਹੁੰਦਾ W ਇਜ਼ ਇਕੁਅਲ ਟੂ, ਪਹਿਲਾਂ ਸਮਾਲ ਅਮਾਊਂਟ ਆਫ ਵਰਕ ਡਨ ਦਾ ਫਾਰਮੂਲਾ ਹੁੰਦਾ dW ਇਜ਼ ਇਕੁਅਲ ਟੂ ਪ੍ਰੈਸ਼ਰ ਇਨਟੂ ਚੇਂਜ ਇਨ ਵੋਲਿਊਮ। ਅਗਰ ਆਪਾਂ ਟੋਟਲ ਵਰਕ ਡਨ ਫਾਈਂਡ ਆਊਟ ਕਰਨਾ ਹੈ, ਫਿਰ ਆਪਾਂ ਕੀ ਕਰਨਾ ਹੈ, ਇੰਟੀਗ੍ਰੇਸ਼ਨ ਕਰ ਦੇਣੀ ਹੈ ਇਹਦੀ, dW ਇਜ਼ ਇਕੁਅਲ ਟੂ ਇੰਟੈਗਰਲ P ਇੰਟੂ डी। ਪ੍ਰੋਸੈਸ ਕਿੱਥੋਂ ਲੈ ਕੇ ਕਿੱਥੇ ਤੱਕ ਜਾ ਰਹੀ ਹੈ, 1 ਤੋਂ ਸਟਾਰਟ ਹੋ ਰਹੀ ਹੈ 2 ਦੇ ਉੱਪਰ ਖਤਮ ਹੋ ਰਹੀ ਹੈ, 1 ਤੋਂ ਸਟਾਰਟ ਹੋ ਰਹੀ ਹੈ 2 ਦੇ ਉੱਪਰ ਖਤਮ। ਠੀਕ ਹੈ, ਫਿਰ ਉਸ ਤੋਂ ਬਾਅਦ ਆਪਾਂ ਦੇਖਿਆ ਸੀਗਾ ਕਿ ਇਸ ਕੇਸ ਵਿੱਚ ਕੀ ਹੈਗਾ ਆ, ਪ੍ਰੈਸ਼ਰ ਵੀ ਵੇਰੀ ਕਰ ਰਿਹਾ ਤੇ ਵੋਲਿਊਮ ਵੀ ਵੇਰੀ ਕਰ ਰਿਹਾ ਹੈ। ਅਗਰ ਤੇ ਪ੍ਰੈਸ਼ਰ ਕਾਂਸਟੈਂਟ ਹੁੰਦਾ ਫਿਰ ਆਪਾਂ ਇਹਨੂੰ ਇੰਟੈਗਰਲ ਤੋਂ ਲੈਫਟ ਸਾਈਡ ਦੇ ਉੱਪਰ ਲੈ ਜਾਣਾ ਸੀਗਾ,
ਪਰ ਕਿਉਂਕਿ ਦੋਨੋਂ ਚੀਜ਼ਾਂ ਵੇਰੀ ਕਰ ਰਹੀਆਂ ਹੈਗੀਆਂ, ਇਸ ਕਰਕੇ ਆਪਾਂ ਕੀ ਕਰਾਂਗੇ, ਆਪਾਂ ਇੱਥੇ ਇਕੁਏਸ਼ਨ ਯੂਜ਼ ਕਰਾਂਗੇ PV ਦੀ ਪਾਵਰ n ਇਜ਼ ਇਕੁਅਲ ਟੂ ਕੌਂਸਟੈਂਟ C। ਫਿਰ ਆਪਾਂ ਕੀ ਕਰਾਂਗੇ, ਇਸ ਤੋਂ ਬਾਅਦ P ਜਿਹੜਾ ਹੈ ਉਹ ਆਪਾਂ ਅਲੱਗ ਕਰ ਲਾਂਗੇ। P ਦੀ ਵੈਲਿਊ ਪਹਿਲਾਂ ਫਾਈਂਡ ਆਊਟ ਕਰਕੇ P ਬਰਾਬਰ ਹੋ ਜਾਏਗਾ C ਵਟਾ V ਦੀ ਪਾਵਰ n। ਹੁਣ ਆ ਜਿਹੜੀ ਵੈਲਿਊ ਹੈ P ਦੀ, ਉਹ ਆਪਾਂ ਇਸ ਜਗ੍ਹਾ ਦੇ ਉੱਪਰ ਸਬਸਟੀਟਿਊਟ ਕਰ ਦੇਣਾ, ਠੀਕ ਹੈ। ਹੁਣ ਇਹ ਇਕੁਏਸ਼ਨ ਬਣ ਜਾਏਗੀ ਇੰਟੈਗਰਲ 1 to 2 dw is equal to ਇੰਟੈਗਰਲ 1 to 2। ਹੁਣ ਆਪਾਂ ਕੀ ਕਰਨਾ, P ਦੀ ਜਿਹੜੀ ਵੈਲਿਊ ਹੈ ਇੱਥੇ ਸਬਸਟੀਟਿਊਟ ਕਰ ਦੇਣੀ। P ਦੀ ਆਪਾਂ ਕੀ ਲਿਖ ਦੇਣਾ, C ਵਟਾ V ਦੀ ਪਾਵਰ n ਇੰਟੂ डी। ਹੁਣ ਇਹਦੇ ਵਿੱਚ ਦੇਖੋ C ਜਿਹੜਾ ਹੈ ਇਹ ਕੌਂਸਟੈਂਟ ਹੈ, ਇਸ ਕਰਕੇ ਆਪਾਂ ਇਹਨੂੰ ਇੰਟੈਗਰਲ ਤੋਂ ਲੈਫਟ ਸਾਈਡ ਤੇ ਲੈ ਜਾਵਾਂਗੇ। ਇਹ ਬਣ ਜਾਏਗੀ ਇਕੁਏਸ਼ਨ ਸਾਡੇ ਕੋਲ C ਇੰਟੈਗਰਲ 1 to 2 1 upon V ਦੀ ਪਾਵਰ n, ਠੀਕ ਹੈ। ਉਸ ਤੋਂ ਬਾਅਦ ਤੁਹਾਨੂੰ ਇੱਕ ਹੋਰ ਚੀਜ਼ ਦੱਸੀ ਸੀਗੀ ਕਿ ਜਿਹੜਾ ਆ ਇਕੁਏਸ਼ਨ ਇੰਟੈਗਰਲ ਹੈ, ਇਹਦਾ ਫਾਰਮੂਲਾ ਹੁੰਦਾ V ਦੀ ਪਾਵਰ -n+1 ਵਟਾ n+1। ਆਪਾਂ ਹੁਣ ਕੀ ਕਰਨਾ ਆ, ਇਸ ਇੰਟੈਗਰਲ ਦੀ ਵੈਲਿਊ ਸਬਸਟੀਟਿਊਟ ਕਰ ਦੇਣੀ ਹੈ, ਠੀਕ ਹੈ। ਇੰਟੈਗਰਲ 1 upon V ਦੀ ਪਾਵਰ n dd ਬਰਾਬਰ ਹੁੰਦਾ ਹੈ, ਇਹ ਤੁਹਾਨੂੰ ਜੋ ਪਿਛਲੀ ਵਾਰ ਫਾਰਮੂਲਾ ਲਿਖਾਇਆ ਸੀ ਨਾ, ਉਹਦੇ ਵਿੱਚ ਇਹ ਵੀ ਦੱਸਿਆ ਸੀਗਾ। ਇੰਟੈਗਰਲ ਆਫ 1 upon V ਦੀ ਪਾਵਰ, ਇਹਨੂੰ ਇਦਾਂ ਕਰ ਦੇਣੇ, ਪਹਿਲਾਂ ਇੱਕ ਸਟੈਪ ਹੋਰ ਲਿਖ ਲੈਣੇ, C ਇੰਟੈਗਰਲ 1 to 2 ਪ੍ਰੋਸੈਸ V ਦੀ ਪਾਵਰ -n, ਇਦਾਂ ਵੀ ਲਿਖ ਸਕਦੇ ਹਾਂ, ਠੀਕ ਹੈ। 1 ਵਟਾ Vn ਨੂੰ V ਦੀ ਪਾਵਰ -n ਵੀ ਲਿਖ ਸਕਦੇ ਹਾਂ। ਇਹਨੂੰ ਫਰਦਰ ਸੋਲਵ ਕਰਨਾ, ਇਹ ਜਿਹੜਾ ਹੈਗਾ ਇੰਨਾ ਹਿੱਸਾ, ਇਹਦਾ ਸੋਲੂਸ਼ਨ ਹੁੰਦਾ ਆ V ਦੀ ਪਾਵਰ -n+1 ਡਿਵਾਈਡਡ ਬਾਈ -n+1। ਕਿੱਥੋਂ ਲੈ ਕੇ ਕਿੱਥੇ ਤੱਕ ਪ੍ਰੋਸੈਸ ਹੈਗੀ ਹੈ, ਪ੍ਰੋਸੈਸ ਹੈਗੀ 1 ਤੋਂ ਲੈ ਕੇ 2 ਤੱਕ। ਇਹ ਆਪਾਂ ਸਬਸਟੀਟਿਊਟ ਕਰਨਾ, ਠੀਕ ਹੈ। ਹੁਣ ਇਹਦੇ ਵਿੱਚ -n+1 ਜਿਹੜਾ ਇਹ ਕੌਂਸਟੈਂਟ ਹੈਗਾ, ਇਹਨੂੰ ਆਪਾਂ ਬ੍ਰੈਕਟ ਤੋਂ ਬਾਹਰ ਲੈ ਜਾਣਾ, ਇਹਨੇ ਇਸ ਨੂੰ ਆਪਾਂ ਬਾਹਰ ਲੈ ਜਾਣਾ। ਇਹ ਆ ਜਾਏਗਾ C ਵਟਾ -n+1, ਅੰਦਰ ਕੀ ਆਏਗਾ, ਬਚੇਗਾ ਸਾਡੇ ਕੋਲ V ਦੀ ਪਾਵਰ -n+1, A ਦੀ ਪਾਵਰ 1 ਤੋਂ ਲੈ ਕੇ 2 ਤੱਕ ਪ੍ਰੋਸੈਸ ਹੋ ਗਈ। ਹੁਣ ਨੈਕਸਟ ਸਟੈਪ 'ਚ ਆਪਾਂ ਕੀ ਕਰਨਾ ਹੈ, ਹੁਣ ਆ ਜਿਹੜਾ C ਕੌਂਸਟੈਂਟ ਆਪਾਂ ਬਾਹਰ ਲੈ ਗਏ ਸੀ ਨਾ, ਇਹਨੂੰ ਦੁਬਾਰਾ ਅੰਦਰ ਲੈ ਜਾਣਾ ਹੈ, ਠੀਕ ਹੈ। ਇਹ ਹੁਣ ਬਣ ਜਾਏਗਾ ਅੱਗੇ 1 upon -n+1, ਠੀਕ ਹੈ। ਇਹ ਬਣ ਜਾਏਗਾ, ਪਹਿਲਾਂ ਆਪਾਂ ਇਹਨੂੰ ਸੋਲਵ ਕਰ ਲੈਣੇ, ਇੱਥੇ C ਪਹਿਲਾਂ ਬਾਹਰ ਹੀ ਰਹਿਣ ਦਿੰਦੇ, ਇੱਥੇ ਪਹਿਲਾਂ ਨਾ ਲਿਮਿਟ ਪੁੱਟ ਕਰ ਲੈਣੇ ਆ। V2 ਦੀ ਪਾਵਰ -n+1 ਅਪਰ ਲਿਮਿਟ ਪੁੱਟ ਕੀਤੀ, ਫਿਰ ਮਾਈਨਸ ਦਾ ਨਿਸ਼ਾਨ ਪਾ ਕੇ ਫਿਰ ਲੋਅਰ ਲਿਮਿਟ 1 ਪੁੱਟ ਕਰ ਦੇ। ਇਹ ਆ ਜਾਏਗਾ V ਦੀ 1 -n+1, ਠੀਕ ਹੈ। ਹੁਣ ਆਪਾਂ ਇਹਨੂੰ C ਨੂੰ ਮਲਟੀਪਲਾਈ ਕਰਨਾ ਅੰਦਰ ਦੇ, ਤੇ ਬਾਹਰ ਬਚੇਗਾ 1 upon -n+1, ਅੰਦਰ ਬਚੇਗਾ C V2 -n+1 ਮਾਈਨਸ C V1 -n+1। ਆਪਾਂ C ਨਾਲ ਦੋਨੋਂ ਨੂੰ ਮਲਟੀਪਲਾਈ ਕੀਤਾ। ਫਿਰ ਆਪਾਂ ਦੁਬਾਰਾ ਫਿਰ ਆਪਾਂ ਇਕੁਏਸ਼ਨ ਯੂਜ਼ ਕਰਾਂਗੇ, ਕਿਹੜੀ ਹੈ ਕਿ PV ਦੀ ਪਾਵਰ n ਇਜ਼ ਇਕੁਅਲ ਟੂ, ਇਹ ਕਿਹਦੇ ਬਰਾਬਰ ਹੁੰਦਾ ਆ, P1 V1 ਦੀ ਪਾਵਰ n ਦੇ, ਤੇ ਇਹ ਬਰਾਬਰ ਹੁੰਦਾ ਆ P2 V2 ਦੀ ਪਾਵਰ n ਦੇ, ਤੇ ਇਹ ਆਪਾਂ ਕਾਂਸਟੈਂਟ ਹੁੰਦੀ ਹੈ ਸਾਰੀ ਵੈਲਿਊ, ਠੀਕ ਹੈ। ਮਤਲਬ ਇਹਨਾਂ ਦੋਨਾਂ ਨੂੰ ਮਲਟੀਪਲਾਈ ਕਰਕੇ ਜੋ ਵੈਲਿਊ ਆਏਗੀ, ਉਹੀ ਵੈਲਿਊ ਪੁਆਇੰਟ 1 ਦੇ ਉੱਪਰ ਅਗਰ ਆਪਾਂ ਮਲਟੀਪਲਾਈ ਕਰਦੇ ਹਾਂ ਤਾਂ ਵੀ ਸੇਮ ਵੈਲਿਊ ਆਏਗੀ, ਪੁਆਇੰਟ 2 ਦੇ ਉੱਪਰ ਇਹਨੂੰ ਮਲਟੀਪਲਾਈ ਕਰਦੇ ਆ ਤਾਂ ਵੀ ਸੇਮ ਵੈਲਿਊ ਆਏਗੀ, ਇਸ ਕਰਕੇ ਕਾਂਸਟੈਂਟ ਹੈ। ਹੁਣ ਇਸ ਤੋਂ ਬਾਅਦ ਆਪਾਂ ਕੀ ਕਰਨਾ ਆ, ਇਹਦੇ ਵਿੱਚ ਦੇਖੋ ਆ V2 ਦੀ ਟਰਮਸ ਹੈ, ਇਹਦੇ ਵਿੱਚ ਆ ਵਾਲੀ V2 ਦੀ ਟਰਮ ਹੈ। ਆਪਾਂ ਕੀ ਕਰਨਾ ਆ, ਇੱਥੇ ਆਪਾਂ C ਦੀ ਜਗ੍ਹਾ ਆ ਵਾਲੀ ਵੈਲਿਊ ਸਬਸਟੀਟਿਊਟ ਕਰ ਦੇਣੀ, ਠੀਕ ਹੈ। ਇਹ C ਕਾਂਸਟੈਂਟ ਦੇ ਬਰਾਬਰ ਹੁੰਦੇ ਨੇ, ਤੇ C ਕਰ ਦੇਣੇ। ਫਿਰ ਉਸ ਤੋਂ ਬਾਅਦ C ਜਿਹੜਾ ਹੈ, ਇਹਦੀ ਜਗ੍ਹਾ ਆਪਾਂ ਇੱਕ ਵਾਰ ਇਹਦੇ V1 ਵਾਲੀ ਟਰਮਸ ਹੈ, ਇੱਥੇ ਆਪਾਂ V1 ਜਿਹੜਾ ਹੈਗਾ ਆ ਆ ਵਾਲੀ ਟਰਮ ਲਿਖ ਦੇਣੀ, ਇੱਥੇ ਮੈਂ ਸਬਸਟੀਟਿਊਟ ਕਰਕੇ ਤੁਹਾਨੂੰ ਦੱਸਦਾ ਦੁਬਾਰਾ। ਵਰਕ ਡਨ W ਇਜ਼ ਇਕੁਅਲ ਟੂ 1 upon -n+1, ਇਹ ਐਜ਼ ਇਟ ਇਜ਼ ਆ ਗਿਆ, ਆਪਾਂ ਇਸ ਇਕੁਏਸ਼ਨ ਦੇ ਵਿੱਚ ਸਬਸਟੀਟਿਊਟ ਕਰ ਦੇਂਗੇ। ਉਸ ਤੋਂ ਬਾਅਦ C ਦੀ ਜਗ੍ਹਾ ਆਪਾਂ ਕਿਹੜਾ ਕਰਨਾ, ਆ ਵਾਲਾ ਕਿ ਆ ਵਾਲਾ, ਇਹਦੇ ਵਿੱਚ ਆਪਾਂ ਕੀ ਲਿਖਣਾ ਹੈ ਕਿ ਇੱਥੇ 2 ਹੈ ਨਾ, ਤੇ ਆਪਾਂ 2 ਵਾਲੀ ਰਕਮ ਉਠਾ ਲੈਣੀ ਇੱਥੋਂ ਦੀ, ਇਹ ਆ ਜਾਏਗਾ P2 V2 A ਦੀ ਪਾਵਰ n, ਬਾਕੀ ਕੀ ਹੈਗਾ V2 ਦੀ ਪਾਵਰ -n+1, ਠੀਕ ਹੈ। ਫਿਰ ਮਾਈਨਸ ਨਿਸ਼ਾਨ ਆ ਜਾਏਗਾ। ਹੁਣ ਇੱਥੇ V1 ਵਾਲੀ ਟਰਮ ਹੈ, ਤੇ ਆਪਾਂ V1 ਵਾਲੀ ਟਰਮ ਇੱਥੇ ਲਿਖ ਦੇਣੀ ਹੈ। ਇੱਥੇ ਆ ਜਾਏਗਾ C ਦੀ ਜਗ੍ਹਾ ਆਪਾਂ ਕੀ ਲਿਖ ਦੇਣਾ ਹੈ, C ਦੀ ਜਗ੍ਹਾ ਲਿਖ ਦੇਣਾ P1 V1 ਦੀ ਪਾਵਰ n, ਇਹ ਆ ਜਾਏਗਾ P1 V1 ਦੀ ਪਾਵਰ n, ਤੇ ਬਾਕੀ ਅੰਦਰ ਕੀ ਬਚਿਆ V1 ਦੀ ਪਾਵਰ -n+1, ਠੀਕ ਹੈ। ਫਿਰ ਉਸ ਤੋਂ ਬਾਅਦ ਤੁਹਾਨੂੰ ਇੱਕ ਹੋਰ ਫਾਰਮੂਲਾ ਦੱਸਿਆ ਸੀਗਾ
1/-n+1। एक चीज़ तुहानूं होर दसी सी, अगर बेस सेम होएगा तो पावर्स ऐड हो जाती है, ठीक है। अगर बेस सेम होएगा, आ भी V2 बेस है, आ भी V2 बेस है, इत्थे आ V1 बेस है, आ भी V1 बेस है, तो पावर्स नूं आपां की करना, ऐड कर देना। ये बन जाएगा, पहला इनू लिखांगे आ कि P2 एज इट इज आ गया, आ भी V2 है, आ भी V2 आपां एक बार V2 लिख लांगे, ठीक है, क्योंकि बेस कॉमन हैगा है। ते पावर्स नूं की करना, पावर्स नूं ऐड कर देना है। हुण n इत्थे आ जाएगा n -n+1, इत्थे की बचेगा 2 सेकंड P1। हुण बेस किहड़ा हैगा आ V1, इनू भी पावर्स में ऐड कर देना है n-n+1। हुण इहदे विच आ +n है, ये -n है, कैंसल आउट हो गया। आ +n है, आ -n है, आ भी कैंसल आउट हो गया। बाकी साडे कोल बचिया 1/-n+1, अंदर बचेगा P2 V2 P1 V1। इनू फर्दर आपां की करना है, इनू फर्दर सिंपलीफाई करना है, ये आ जाएगा P2 V2 P1 V1 डिवाइडेड बाय -n+1। हुण इनू आपां अगे सिंपलीफाई कर दिंदे आ। W इज इक्वल टू ਇਹਦੇ ਵਿੱਚ ਆਪਾਂ ਕੀ ਕਰਨਾ ਹੈ, न्यूमरेटर ਤੇ डिनोमिनेटर मतलब अपर साइड ਤੇ लोअर साइड ਇਹਨਾਂ ਦੋनों ਨੂੰ ਆਪਾਂ माइनस ਨਾਲ मल्टीप्लाई कर देने, ऊपर भी -1 ਨਾਲ मल्टीप्लाई कर देने, नीचे भी -1 ਨਾਲ मल्टीप्लाई कर देने। ਚਾਹੇ ਇਦਾਂ ਸਮਝ ਲਓ ਜਾਂ ਆਪਾਂ ਕਹਿੰਦੇ ਕਿ ਇਹਦੇ ਵਿੱਚ ਦੀ ਮਾਈਨਸ ਨੂੰ ਆਪਾਂ ਬਾਹਰ ਕਾਮਨ ਕਰ ਲੈਂਦੇ ਹਾਂ, ਠੀਕ ਹੈ, ਜਿੱਦਾਂ ਮਰਜ਼ੀ ਕਰ ਲਓ। ਆਪਾਂ ਮਲਟੀਪਲਾਈ ਵਾਲੇ ਮੈਥਡ ਨਾਲ ਕਰ ਲੈਂਦੇ ਹਾਂ। ਜਦੋਂ -1 ਨੂੰ ਆਪਾਂ P2 V2 ਨਾਲ ਮਲਟੀਪਲਾਈ ਕਰਾਂਗੇ, ਉਹ ਬਣ ਜਾਏਗਾ -P2 V2, ਤੇ -1 ਨੂੰ ਜਦੋਂ ਆਪਾਂ ਇਸ -P1 ਮਲਟੀਪਲਾਈ ਕਰਾਂਗੇ, ਇਹ ਬਣ ਜਾਏਗਾ प्लस। तो इस तरीके ना इन्हों आप कॉमन कर लेने, माइनस ए बन जाएगा P2 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 V2 प्लस P1 V1 वटा माइनस आप बाहर किया, अंदर बचे n-1। हुण आ माइनस ते आ माइनस कैंसल आउट हो गए, बाकी साडे को बचिया P1 V1 P2 V2 डिवाइडेड बाय n-1। ये साडे को आ गई वर्क डन की इक्वेशन, ठीक है। फिर ये साडे को वर्क डन की इक्वेशन आ गई है। उस तो बाद अगर ਆਪਾਂ ਇਹਨੂੰ ਹੋਰ ਸਿੰਪਲੀਫਾਈ ਕਰਨਾ, ਫਿਰ ਤੁਹਾਨੂੰ ਦੱਸਿਆ PV ਕਿਹਦੇ ਬਰਾਬਰ ਹੁੰਦਾ MRT ਦੇ, ਤੇ ਆਪਾਂ ਇਹਨੂੰ ਫਰਦਰ ਕੀ ਕਰਨਾ ਹੈ, P1 V1 ਕਿਹਦੇ ਬਰਾਬਰ ਹੋ ਗਿਆ MRT1 ਦੇ, P2 V2 ਕਿਹਦੇ ਬਰਾਬਰ ਹੋ ਗਿਆ MRT2 ਦੇ, डिवाइडेड बाय n-1। इन्हों होर सिंपलीफाई करना, MR कॉमन बाहर आ गए, अंदर बचेगा T1 T2 डिवाइडेड बाय n-1। ये काफी फॉर्मूला हो गया वर्क डन, ठीक है। ये दोनों वर्क डन के फॉर्मूले केड़ी प्रोसेस वास्ते, पॉलीट्रॉपिक प्रोसेस वास्ते वर्क डन का फॉर्मूला है, ठीक है। हुण इस तो बाद आपां होर फाइंड आउट करना है चेंज इन इंटरनल एनर्जी। तुहानूं दस्सिआ चेंज इन इंटरनल एनर्जी का सीधा फॉर्मूला हैगा आ चेंज इन इंटरनल एनर्जी W, और एक चेंज इन इंटरनल एनर्जी डेल्टा U इज इक्वल टू M इंटू CV इंटू चेंज इन टेम्परेचर T2 T1। ये हो गया चेंज इन इंटरनल एनर्जी वास्ते फॉर्मूला। फिर थर्ड दे पर फाइंड आउट करते हैं चेंज इन एंथैल्पी डेल्टा H। ये वास्ते की फॉर्मूला होंदा M इंटू CP इंटू T2 T1। हुण साडे कोल दो चीज़ां बचूगियां, एक हीट ट्रांसफर आपां किन्नी करनी है उहदे वास्ते फॉर्मूला फाइंड आउट करना है, ते फिर आपां फाइंड आउट करना चेंज इन एंट्रोपी वास्ते। ये दो चीज़ां आपां नैक्सट लैक्चर च करांगे, ठीक है। अज आपां फाइंड आउट किया पॉलीट्रॉपिक प्रोसेस वास्ते वर्क डन का फॉर्मूला, चेंज इन इंटरनल एनर्जी डेल्टा U, चेंज इन एंथैल्पी डेल्टा H। साडे कोल दो चीज़ां बचियां, एक हीट ट्रांसफर ते सैकेंड बची है चेंज इन एंट्रोपी। ये आपां नैक्सट लैक्चर च करांगे।